सत श्री अकाल दोस्तों, मेरा नाम है लखवीर सिंह ਤੇ ਤੁਸੀਂ ਦੇਖ ਰਹੇ ਹੋ 3D ਪੰਜਾਬੀ। ਇੱਥੇ ਆਪਾਂ ਗੱਲਾਂ ਕਰਦੇ ਹਾਂ ਇਮਾਰਤਾਂ ਦੇ ਬਾਰੇ ਤੇ ਉਹਨਾਂ ਦੇ ਬਾਰੇ ਲੈਂਦੇ ਹਾਂ ਕੁਝ ਤਕਨੀਕੀ ਜਾਣਕਾਰੀ। ਲਓ ਜੀ, ਫਿਰ ਨਵੀਂ ਇਨਫੋਰਮੇਸ਼ਨ ਜਾਣਨ ਦੇ ਲਈ ਵੀਡੀਓ ਨੂੰ ਅੱਗੇ ਦੇਖੋ। ਅੱਜ ਅਸੀਂ ਬਿਲਡਿੰਗ ਬਾਏ ਲਾਅ ਦੇ 11ਵੇਂ ਚੈਪਟਰ ਬਾਰੇ ਗੱਲ ਕਰਾਂਗੇ। 11ਵੇਂ ਚੈਪਟਰ ਦੇ ਵਿੱਚ ਇਹਨਾਂ ਨੇ ਗ੍ਰੀਨ ਬਿਲਡਿੰਗਸ ਐਂਡ ਸਸਟੇਨੇਬਿਲਿਟੀ ਪ੍ਰੋਵੀਜ਼ਨਸ ਦੀ ਗੱਲ ਕੀਤੀ ਆ। ਸਭ ਤੋਂ ਪਹਿਲਾਂ ਇਹਨਾਂ ਨੇ ਇੰਟਰੋਡਕਸ਼ਨ ਦਿੱਤੀ ਆ। ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀਆਂ ਅੱਜ ਦੀਆਂ ਮਾਡਰਨ ਬਿਲਡਿੰਗਾਂ ਨੇ ਸਾਡੀ ਟੋਟਲ એનર્ਜੀ ਦਾ 25 ਤੋਂ 30% ਇਹ ਕੰਜ਼ਿਊਮ ਕਰ ਲੈਂਦੀਆਂ ਨੇ। ਟੋਟਲ ਜਿਹੜਾ ਸਾਡਾ ਪੀਣਯੋਗ ਪਾਣੀ ਆ ਉਹਦਾ ਵੀ 30% ਇਹ ਯੂਜ਼ ਕਰ ਲੈਂਦੀਆਂ ਨੇ ਤੇ ਜਿਹੜਾ ਸਾਡਾ ਟੋਟਲ ਵੇਸਟ ਆ ਉਹਦਾ 40% ਜਿਹੜਾ ਹਿੱਸਾ ਆ ਉਹ ਇਹ ਬਿਲਡਿੰਗਾਂ ਪ੍ਰੋਡਿਊਸ ਕਰਦੀਆਂ ਨੇ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ 100 ਸਕੁਅਰ ਮੀਟਰ ਤੋਂ ਵੱਡੇ ਪਲਾਟਾਂ ਵਾਲੀਆਂ ਸਾਰੀਆਂ ਬਿਲਡਿੰਗਾਂ ਦੇ ਵਾਸਤੇ ਗ੍ਰੀਨ ਨੋਰਮਸ ਨੇ ਜਿਹੜੇ ਉਹ ਮੈਂਡੇਟਰੀ ਕਰ ਦਿੱਤੇ ਗਏ ਨੇ, ਜਿਹੜੇ ਇਸ ਸੈਕਸ਼ਨ ਦੇ ਵਿੱਚ ਲਿਖੇ ਹੋਏ ਨੇ। ਇਹ ਕਹਿੰਦੇ ਵੀ ਰੇਟਿੰਗ ਵਗੈਰਾ ਕਰਨ ਦੀ ਤਾਂ ਲੋੜ ਨਹੀਂ ਹੈਗੀ, ਪਰ ਜਿਹੜੇ ਥੱਲੇ ਨੋਰਮਸ ਦਿੱਤੇ ਹੋਏ ਨੇ ਉਹਨਾਂ ਨੂੰ ਸਾਨੂੰ ਮੰਨਣਾ ਚਾਹੀਦਾ ਤਾਂ ਕਿ ਜਿਹੜੀਆਂ ਸਾਡੀਆਂ ਬਿਲਡਿੰਗਾਂ ਨੇ ਉਹਨਾਂ ਦੇ ਵਿੱਚ ਜਿਹੜੀ એનર્ਜੀ ਕੰਜ਼ੰਪਸ਼ਨ ਆ ਤੇ ਜਿਹੜੀ ਵੇਸਟੇਜ ਆ ਉਹਨੂੰ ਅੱਧੇ ਤੋਂ ਵੀ ਜ਼ਿਆਦਾ ਘਟਾਇਆ ਜਾ ਸਕੇ। ਅੱਗੇ 11.1 ਦੇ ਵਿੱਚ ਇਹਨਾਂ ਨੇ ਪ੍ਰੋਵੀਜ਼ਨਸ ਤੇ ਐਪਲੀਕੇਬਿਲਿਟੀ ਦੀ ਗੱਲ ਕੀਤੀ ਆ। ਇਹਦੇ ਵਿੱਚ ਇਹਨਾਂ ਨੇ ਇੱਕ ਟੇਬਲ ਬਣਾ ਕੇ ਵੱਖਰੇ ਵੱਖਰੇ ਪਲਾਟ ਸਾਈਜ਼ਾਂ ਦੇ ਉੱਤੇ ਕਿਹੜੇ ਕਿਹੜੇ ਨੋਰਮਸ ਲਾਗੂ ਹੁੰਦੇ ਨੇ ਉਹ ਦੱਸਿਆ ਹੋਇਆ। ਟੇਬਲ ਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਅਪ ਟੂ 100 ਸਕੁਅਰ ਮੀਟਰ ਪ੍ਰੋਵੀਜ਼ਨਸ ਫॉर ਰੈਜ਼ੀਡੈਂਸ਼ੀਅਲ ਨਿਲ, ਪ੍ਰੋਵੀਜ਼ਨਸ ਫॉर ਨਾਨ ਰੈਜ਼ੀਡੈਂਸ਼ੀਅਲ ਨਿਲ। ਮਤਲਬ 100 ਸਕੁਅਰ ਮੀਟਰ ਤੱਕ ਦੇ ਪਲਾਟਾਂ ਲਈ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਜਿਵੇਂ ਕਿ ਇਹਨਾਂ ਨੇ 100 ਤੋਂ 500 ਤੱਕ ਦੇ ਵਾਸਤੇ ਦੱਸੇ ਹੋਏ ਨੇ ਸੈਕਸ਼ਨ। ਜਿਹੜੇ ਸੈਕਸ਼ਨ ਨੇ ਇਹ ਅੱਗੇ ਇਹਨਾਂ ਨੇ ਐਕਸਪਲੇਨ ਕੀਤਾ ਹੋਇਆ ਵੀ ਇਹਨਾਂ ਸੈਕਸ਼ਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਇਸ ਬਿਲਡਿੰਗ ਦੇ ਵਿੱਚ ਦੇਣੀਆਂ ਪੈਣਗੀਆਂ। ਅੱਗੇ ਇਹਨਾਂ ਨੇ ਨੋਟ ਬਣਾ ਕੇ ਦੱਸਿਆ ਹੋਇਆ ਵੀ ਜਿਹੜੇ ਸੈਕਸ਼ਨ ਉੱਪਰ ਮਾਰਕ ਕਰੇ ਹੋਏ ਨੇ ਜਿਵੇਂ ਕਿ 1 ਦਾ A, 2 ਦਾ B, ਇਹ ਜਿਹੜੇ ਸੈਕਸ਼ਨ ਨੇ ਇਹ 11.2 ਦੇ ਵਿੱਚ ਚੰਗੀ ਤਰ੍ਹਾਂ ਐਕਸਪਲੇਨ ਕੀਤੇ ਗਏ ਨੇ। ਨੋਟਸ ਦੇ ਵਿੱਚ ਇਹਨਾਂ ਨੇ ਇਹ ਵੀ ਲਿਖਿਆ ਵੀ ਜਦੋਂ ਮਾਸਟਰ ਪਲਾਨ ਦੇ ਅਕੋਰਡਿੰਗ ਅਸੀਂ ਕੋਈ ਸਕੀਮ ਵਗੈਰਾ ਬਣਾਉਣੀ ਆ, ਸਾਨੂੰ ਥੱਲੇ ਲਿਖੇ ਹੋਏ ਕੋਡ, ਰਿਪੋਰਟਾਂ ਜਾਂ ਫਿਰ ਸਰਟੀਫਿਕੇਟਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਆ। ਅੱਗੇ 11.2 ਦੇ ਵਿੱਚ ਇਹਨਾਂ ਨੇ ਪ੍ਰੋਵੀਜ਼ਨਸ ਫॉर ਸੈਂਕਸ਼ਨ ਦੀ ਗੱਲ ਕੀਤੀ ਆ। ਇਹਦੇ ਵਿੱਚ ਇਹਨਾਂ ਨੇ 4 ਪੁਆਇੰਟ ਬਣਾ ਕੇ ਅੱਗੇ ਉਹਨਾਂ ਦੇ ਵੱਖਰੇ ਵੱਖਰੇ ਹਿੱਸੇ ਬਣਾਏ ਹੋਏ ਨੇ। ਮਤਲਬ ਜਿਹੜਾ ਪਿੱਛੇ ਆਪਾਂ ਟੇਬਲ ਪੜ੍ਹ ਕੇ ਆਏ ਆ ਉਹ ਟੇਬਲ ਦੇ ਵਿੱਚ ਜਿਹੜੇ ਇਹਨਾਂ ਨੇ ਸੈਕਸ਼ਨ ਮਾਰਕ ਕਰੇ ਹੋਏ ਨੇ ਉਹਨਾਂ ਨੂੰ ਅੱਗੇ ਐਕਸਪਲੇਨ ਕੀਤਾ ਗਿਆ। ਇਹਦੇ ਪਹਿਲੇ ਪੁਆਇੰਟ 'ਚ ਇਹਨਾਂ ਨੇ ਵਾਟਰ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਦੀ ਗੱਲ ਕੀਤੀ ਆ। A ਰੇਨ ਵਾਟਰ ਹਾਰਵੈਸਟਿੰਗ, B ਲੋ ਵਾਟਰ ਕੰਜ਼ੰਪਸ਼ਨ ਪਲੰਬਿੰਗ ਫਿਕਸਚਰਸ, ਜਾਣੀ ਕਿ ਅਸੀਂ ਇਹੋ ਜਿਹੀਆਂ ਟੂਟੀਆਂ ਵਗੈਰਾ ਲਾਉਣੀਆਂ ਨੇ ਜਿਹੜੀਆਂ ਟੂਟੀਆਂ ਪਾਣੀ ਦੀ ਘੱਟ ਕੰਜ਼ੰਪਸ਼ਨ ਕਰਨ। C ਵੇਸਟ ਵਾਟਰ ਰਿਸਾਈਕਲ ਐਂਡ ਰੀਯੂਜ਼, ਜਿਹੜਾ ਵੇਸਟ ਵਾਟਰ ਆ ਉਹਨੂੰ ਅਸੀਂ ਰਿਸਾਈਕਲ ਕਰਕੇ ਦੁਬਾਰਾ ਵਰਤ ਸਕੀਏ। D ਰਿਡਕਸ਼ਨ ਆਫ ਹਾਰਡਸਕੇਪ, ਮਤਲਬ ਪੱਕੀਆਂ ਜਗ੍ਹਾਵਾਂ ਆਪਾਂ ਨੇ ਘੱਟ ਬਣਾਉਣੀਆਂ ਨੇ, ਕੱਚੀਆਂ ਜਗ੍ਹਾਵਾਂ ਵੱਧ ਛੱਡਣੀਆਂ ਨੇ ਤਾਂ ਕਿ ਪਾਣੀ ਨੂੰ ਜ਼ਮੀਨ ਦੇ ਵਿੱਚ ਸੋਖਿਆ ਜਾ ਸਕੇ। ਦੂਜੇ ਪੁਆਇੰਟ ਦੇ ਵਿੱਚ ਇਹਨਾਂ ਨੇ ਸੋਲਰ એનર્ਜੀ ਯੂਟਿਲਾਈਜੇਸ਼ਨ ਦੀ ਗੱਲ ਕੀਤੀ ਆ। ਇਹ ਇੰਸਟਾਲੇਸ਼ਨ ਆਫ ਸੋਲਰ ਫੋਟੋਵੋਲਟਿਕ ਪੈਨਲਸ, ਮਤਲਬ ਜਿਹੜੀਆਂ ਆਪਾਂ ਉੱਪਰ ਸੋਲਰ ਪੈਨਲ ਅੱਜ ਕੱਲ੍ਹ ਲਾ ਦਿੰਦੇ ਆ ਬਿਜਲੀ ਬਣਾਉਣ ਵਾਸਤੇ, ਇਹ ਉਹ ਨੇ। ਇਹਦੀ ਡੀਟੇਲ ਇਹਨਾਂ ਨੇ ਸੈਕਸ਼ਨ 11.2.3 ਦੇ ਵਿੱਚ ਦਿੱਤੀ ਹੋਈ ਆ। ਤੇ B ਇਹਦਾ ਹੈਗਾ ਆ ਇੰਸਟਾਲੇਸ਼ਨ ਆਫ ਸੋਲਰ ਅਸਿਸਟਡ ਵਾਟਰ ਹੀਟਿੰਗ ਸਿਸਟਮ, ਮਤਲਬ ਜਿਹੜਾ ਆਪਾਂ ਛੱਤਾਂ ਦੇ ਉੱਪਰ ਸੋਲਰ ਵਾਲਾ ਵਾਟਰ ਹੀਟਰ ਲਾਉਂਦੇ ਆ। ਤੀਜੇ ਪੁਆਇੰਟ ਦੇ ਵਿੱਚ ਇਹਨਾਂ ਨੇ એનર્ਜੀ ਐਫੀਸ਼ੀਐਂਸੀ ਦੀ ਗੱਲ ਕੀਤੀ ਆ। ਉਹਦੇ A ਦੇ ਵਿੱਚ ਇਹਨਾਂ ਨੇ ਲਿਖਿਆ ਲੋ એનર્ਜੀ ਕੰਜ਼ੰਪਸ਼ਨ ਲਾਈਟਿੰਗ ਫਿਕਸਚਰਸ, ਮਤਲਬ ਬਿਜਲੀ ਦੇ ਅਸੀਂ ਇਹੋ ਜਿਹੇ ਫਿਕਸਚਰ ਲਾਉਣੇ ਨੇ ਜਿਹੜੇ ਘੱਟ એનર્ਜੀ ਲੈਂਦੇ ਹੋਣ। એનર્ਜੀ ਐਫੀਸ਼ੀਐਂਸੀ ਇਨ HVAC ਸਿਸਟਮ, HVAC ਸਿਸਟਮ ਵੀ ਅਸੀਂ ਇਸ ਤਰ੍ਹਾਂ ਨਾਲ ਪਲਾਨ ਕਰਨਾ ਤਾਂ ਕਿ ਉਹ ਘੱਟ એનર્ਜੀ ਯੂਜ਼ ਕਰੇ। ਲਾਈਟਿੰਗ ਆਫ ਕਾਮਨ ਏਰੀਆਸ ਬਾਈ ਸੋਲਰ એનર્ਜੀ LED ਡਿਵਾਈਸਿਸ, ਜਿਹੜੇ ਕਾਮਨ ਏਰੀਆਸ ਨੇ ਉੱਥੇ ਜਿਹੜੀ ਲਾਈਟਿੰਗ ਕਰਨੀ ਆ ਉਹ ਸੋਲਰ એનર્ਜੀ ਜਾਂ ਫਿਰ LED ਡਿਵਾਈਸਿਸ ਦੇ ਨਾਲ ਅਸੀਂ ਕਰਨੀ ਆ। ਚੌਥੇ ਪੁਆਇੰਟ ਦੇ ਵਿੱਚ ਇਹਨਾਂ ਨੇ ਵੇਸਟ ਮੈਨੇਜਮੈਂਟ ਦੀ ਗੱਲ ਕੀਤੀ ਆ। ਉਹਦੇ A ਦੇ ਵਿੱਚ ਇਹਨਾਂ ਨੇ ਸੈਗਰੀਗੇਸ਼ਨ ਆਫ ਵੇਸਟ ਤੇ B ਦੇ ਵਿੱਚ ਆਰਗੈਨਿਕ ਵੇਸਟ ਮੈਨੇਜਮੈਂਟ ਦੀ ਗੱਲ ਕੀਤੀ। ਅੱਗੇ ਇਹਨਾਂ ਨੇ ਇਹ ਵੀ ਲਿਖਿਆ ਵੀ ਇਹਨਾਂ ਪ੍ਰੋਵੀਜ਼ਨਸ ਤੋਂ ਬਿਨਾਂ ਜੇ ਕੋਈ ਮਾਲਕ ਆਪਣੀ ਬਿਲਡਿੰਗ ਦੇ ਵਿੱਚ ਗ੍ਰੀਨ ਬਿਲਡਿੰਗ ਰੇਟਿੰਗ ਦੇ ਵਾਸਤੇ ਕੋਈ ਹੋਰ ਚੀਜ਼ਾਂ ਨੂੰ ਵੀ ਇਨਕੋਰਪੋਰੇਟ ਕਰਦਾ ਆ ਤਾਂ ਉਹਨੂੰ FAR ਵਗੈਰਾ ਦੇ ਵਿੱਚ ਕੁਝ ਰਿਆਇਤਾਂ ਵੀ ਦਿੱਤੀਆਂ ਜਾਣਗੀਆਂ। 11.2.1 ਦੇ ਵਿੱਚ ਇਹਨਾਂ ਨੇ ਪ੍ਰੋਵੀਜ਼ਨਸ ਫॉर ਸਿਟੀ ਐਂਡ ਸਾਈਟ ਲੈਵਲ ਗ੍ਰੀਨਰੀ ਦੀ ਗੱਲ ਕੀਤੀ ਆ। ਇਹਨਾਂ ਨੇ ਇਹਦੇ ਵਿੱਚ ਕਿਹਾ ਕਿ ਨੈਸ਼ਨਲ ਸਸਟੇਨੇਬਲ ਹੈਬਿਟੇਟ ਮਿਸ਼ਨ ਦੇ ਤਹਿਤ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਨੇ ਉਹਨਾਂ ਨੂੰ ਸਿਟੀ ਦੇ ਵਿੱਚ ਗ੍ਰੀਨ ਕਵਰ ਨੂੰ ਐਨਕਰੇਜ ਕਰਨ ਵਾਸਤੇ ਕੁਝ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਦਾ ਅਰਬਨ ਗ੍ਰੀਨਿੰਗ ਗਾਈਡਲਾਈਨਸ 2014 ਆਫ ਗਵਰਨਮੈਂਟ ਆਫ ਇੰਡੀਆ ਨੇ ਉਹ ਅੱਗੇ ਦੱਸੀਆਂ ਹੋਈਆਂ ਨੇ। ਇਹਨਾਂ ਨੇ ਪਹਿਲੇ ਪੁਆਇੰਟ 'ਚ ਇਹਨਾਂ ਨੇ ਦੱਸਿਆ ਵੀ 100 ਸਕੁਅਰ ਮੀਟਰ ਤੋਂ ਵੱਡੇ ਜਿਹੜੇ ਪਲਾਂਟ ਨੇ ਉਹਨਾਂ ਦੇ ਜਿਹੜੇ ਮੂਹਰੇ ਵਾਲੇ ਸੈਟਬੈਕ ਨੇ ਉਹਨਾਂ ਦੇ ਵਿੱਚ ਸਾਨੂੰ ਹਰੇਕ 80 ਸਕੁਅਰ ਮੀਟਰ ਵਾਸਤੇ ਇੱਕ ਦਰਖਤ ਲਗਾਉਣਾ ਚਾਹੀਦਾ। ਜਿਹੜੇ ਦਰਖਤ ਡਿੱਗ ਗਏ ਨੇ ਉਹਨਾਂ ਨੂੰ ਕੰਪਨਸੇਟ ਕਰਨ ਵਾਸਤੇ 1:3
3 ਦੇ ਤਹਿਤ ਨਵੇਂ ਦਰਖਤ ਲਾਉਣੇ ਚਾਹੀਦੇ ਨੇ। ਉਸੇ ਪ੍ਰੈਮਿਸਿਸ ਦੇ ਵਿੱਚ ਜਿਹੜੇ ਪਲਾਂਟੇਸ਼ਨ ਅਸੀਂ ਕਰਨੀ ਆ ਉਹਦੇ ਵਾਸਤੇ ਜਿਹੜੇ ਪਲਾਂਟ ਵਗੈਰਾ ਅਸੀਂ ਚੂਜ਼ ਕਰਨੇ ਨੇ ਉਹ ਅਰਬਨ ਗ੍ਰੀਨ ਗਾਈਡਲਾਈਨਸ 2014 ਦੇ ਤਹਿਤ ਅਸੀਂ ਚੂਜ਼ ਕਰਨੇ ਨੇ। ਜਿਹੜੇ ਕੋਈ ਵੀ ਰੀਕ੍ਰੀਏਸ਼ਨਲ ਸਪੇਸਿਸ ਨੇ ਉਹਨਾਂ ਦਾ ਜਿਹੜਾ 20% ਏਰੀਆ ਉਹ ਅਨਪੇਵਡ ਹੋਣਾ ਚਾਹੀਦਾ, ਯਾਨੀ ਕਿ ਕੱਚਾ ਹੋਣਾ ਚਾਹੀਦਾ। ਅੱਗੇ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਦੀ ਗੱਲ ਕੀਤੀ ਆ ਜਿਹਦੇ ਤਹਿਤ ਇਹਨਾਂ ਨੇ ਇਹ ਕਿਹਾ ਵੀ ਜਿਹੜੇ ਮਿਊਨਿਸਪਲ ਏਰੀਆਸ ਨੇ ਉਹਨਾਂ ਦੇ ਵਿੱਚ ਜਿਹੜਾ ਗ੍ਰੀਨ ਕੇਵਰ ਆ ਉਹ 15% ਦੇ ਹਿਸਾਬ ਨਾਲ ਵਧਾਉਣਾ ਚਾਹੀਦਾ। 11.2.2 ਦੇ ਵਿੱਚ ਇਹਨਾਂ ਨੇ ਵਾਟਰ ਰੀਯੂਜ਼ ਐਂਡ ਰੀਸਾਈਕਲਿੰਗ ਦੀ ਗੱਲ ਕੀਤੀ ਆ। ਇਹਦੇ ਪਹਿਲੇ ਪੁਆਇੰਟ 'ਚ ਇਹਨਾਂ ਨੇ ਕਿਹਾ ਵੀ ਜਿਹੜਾ ਗਰਾਊਂਡ ਵਾਟਰ ਆ ਉਹ ਕੰਸਟਰਕਸ਼ਨ ਪਰਪਸ ਦੇ ਵਾਸਤੇ ਨਹੀਂ ਵਰਤਿਆ ਜਾਣਾ ਚਾਹੀਦਾ। ਦੂਜੇ ਪੁਆਇੰਟ ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀਆਂ ਬਿਲਡਿੰਗਾਂ ਦੇ ਵਿੱਚ 10,000 ਲੀਟਰ ਜਾਂ ਫਿਰ ਉਸ ਤੋਂ ਵੱਧ ਪ੍ਰਤੀ ਡੇ ਦੇ ਹਿਸਾਬ ਨਾਲ ਪਾਣੀ ਦੀ ਕਨਵੈਪਸ਼ਨ ਹੁੰਦੀ ਆ ਉੱਥੇ ਵੇਸਟ ਵਾਟਰ ਰੀਸਾਈਕਲਿੰਗ ਸਿਸਟਮ ਸਾਨੂੰ ਯੂਜ਼ ਕਰਨਾ ਚਾਹੀਦਾ ਤੇ ਜਿਹੜਾ ਉਹ ਪਾਣੀ ਆ ਉਹਨੂੰ ਹਾਰਟੀਕਲਚਰ ਵਾਸਤੇ ਵਰਤਣਾ ਚਾਹੀਦਾ। ਅੱਗੇ 11.2.3 ਦੇ ਵਿੱਚ ਰੂਫ ਟਾਪ ਸੋਲਰ એનર્ਜੀ ਇੰਸਟਾਲੇਸ਼ਨਸ ਬਾਰੇ ਇਹਨਾਂ ਨੇ ਗੱਲ ਕੀਤੀ ਆ। ਇਹਦੇ ਵਿੱਚ ਪਹਿਲਾਂ ਤਾਂ ਇਹਨਾਂ ਨੇ ਇਹਦੀ ਇੰਟਰੋਡਕਸ਼ਨ ਦਿੱਤੀ ਆ ਵੀ ਇਹ ਹੁੰਦਾ ਕੀ ਆ, ਇਹਦੇ ਵਿੱਚ ਕਿਹੜੀਆਂ ਚੀਜ਼ਾਂ ਇੰਸਟਾਲ ਕੀਤੀਆਂ ਜਾਂਦੀਆਂ ਨੇ। ਅੱਗੇ ਇਹਨਾਂ ਨੇ ਇੱਕ ਟੇਬਲ ਬਣਾਇਆ ਹੋਇਆ। ਟੇਬਲ ਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਰੈਜ਼ੀਡੈਂਸ਼ੀਅਲ ਦੇ ਵਿੱਚ ਪਲਾਟਡ ਹਾਊਸਿੰਗ ਦੇ ਵਿੱਚ HIG ਪਲਾਟਸ ਐਂਡ ਅਬਵ ਮਤਲਬ ਹਾਈ ਇਨਕਮ ਗਰੁੱਪ ਵਾਲੇ ਜਿਹੜੇ ਪਲਾਟਸ ਨੇ ਤੇ ਉਹਨਾਂ ਤੋਂ ਜਿਹੜੇ ਵੱਡੇ ਪਲਾਟਸ ਨੇ ਉਹਨਾਂ ਦੇ ਵਿੱਚ, ਗਰੁੱਪ ਹਾਊਸਿੰਗ ਦੇ ਵਿੱਚ ਸਾਰੇ ਪਲਾਟਾਂ ਦੇ ਵਿੱਚ, ਅਤੇ ਜਿਹੜੀਆਂ ਬਾਕੀ ਦੀਆਂ ਬਿਲਡਿੰਗਾਂ ਨੇ ਜਿਵੇਂ ਕਿ ਐਜੂਕੇਸ਼ਨਲ, ਇੰਸਟੀਟਿਊਸ਼ਨਲ, ਕਮਰਸ਼ੀਅਲ, ਇੰਡਸਟਰੀਅਲ, ਮਰਚੈਂਟਾਈਲ ਤੇ ਰੀਕ੍ਰੀਏਸ਼ਨਲ, ਇਹਨਾਂ ਸਾਰੀਆਂ ਬਿਲਡਿੰਗਾਂ ਦੇ ਵਿੱਚ 500 ਸਕੁਅਰ ਮੀਟਰ ਤੋਂ ਜਿਹੜੇ ਵੱਡੇ ਪਲਾਟ ਨੇ ਉਹਨਾਂ ਦੇ ਵਿੱਚ ਸਾਨੂੰ ਰੂਫ ਟਾਪ ਸੋਲਰ ਇੰਸਟਾਲੇਸ਼ਨ ਦੀ ਲੋੜ ਆ। ਇਹ ਇੰਸਟਾਲੇਸ਼ਨ ਦਾ ਆਪਣਾ ਸਿਸਟਮ ਕੀ ਆ ਵੀ ਜਿਹੜਾ ਸਾਡਾ ਟੋਟਲ ਕਨੈਕਸ਼ਨ ਲੋਡ ਆ ਜਾਂ ਤਾਂ ਉਹਦਾ 5% ਹਿੱਸਾ ਅਸੀਂ ਸੋਲਰ ਪਾਵਰ ਤੋਂ ਲਈਏ ਜਾਂ ਫਿਰ ਜਿਹੜੀ ਸਾਡੀ ਛੱਤ ਦਾ ਜਿੰਨਾ 100% ਆ 100% ਦੇ ਵਿੱਚੋਂ ਅਸੀਂ ਜਿਹੜਾ 70% ਹਿੱਸਾ ਆ ਉਹਨੂੰ ਅਵੇਲੇਬਲ ਰੂਫ ਸਪੇਸ ਮੰਨ ਲੈਂਦੇ ਆ। ਜਿਹੜੀ ਅਵੇਲੇਬਲ ਰੂਫ ਸਪੇਸ ਆ ਉਹਦੇ ਹਰੇਕ ਸਕੁਅਰ ਫੁੱਟ ਨੂੰ ਆਪਾਂ 20 ਵਾਟ ਦੇ ਨਾਲ ਗੁਣਾ ਕਰਕੇ ਜਿੰਨੀ ਸਾਡੀ ਵਾਟੇਜ ਨਿਕਲ ਆਊਗੀ ਉਨੀ ਵਾਟ ਦਾ ਅਸੀਂ ਸੋਲਰ ਸਿਸਟਮ ਉੱਤੇ ਲਗਾਵਾਂਗੇ। 11.2.4 ਦੇ ਵਿੱਚ ਇਹਨਾਂ ਨੇ ਇੰਸਟਾਲੇਸ਼ਨ ਆਫ ਸੋਲਰ ਅਸਿਸਟਡ ਵਾਟਰ ਹੀਟਿੰਗ ਸਿਸਟਮ ਇਨ ਬਿਲਡਿੰਗਸ ਦੀ ਗੱਲ ਕੀਤੀ ਆ। ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਥੱਲੇ ਦਿੱਤੀਆਂ ਬਿਲਡਿੰਗਾਂ ਦੇ ਵਿੱਚ ਸਾਨੂੰ ਸੋਲਰ ਅਸਿਸਟਡ ਵਾਟਰ ਹੀਟਿੰਗ ਸਿਸਟਮ ਜ਼ਰੂਰ ਲਾਉਣਾ ਚਾਹੀਦਾ। ਸਾਰੇ ਹਸਪੀਟਲ ਅਤੇ ਨਰਸਿੰਗ ਹੋਮਸ ਦੇ ਵਿੱਚ 4000 ਸਕੁਅਰ ਮੀਟਰ ਪਲਾਟ ਏਰੀਆ ਜਾਂ ਇਸ ਤੋਂ ਵੱਡੇ ਹੋਟਲ, ਲੌਂਜ, ਗੈਸਟ ਹਾਊਸ, ਗਰੁੱਪ ਹਾਊਸਿੰਗ ਦੇ ਵਿੱਚ 100 ਸਟੂਡੈਂਟਸ ਤੋਂ ਵੱਧ ਵਾਲੇ ਸਕੂਲਾਂ, ਕਾਲਜਾਂ ਅਤੇ ਟ੍ਰੇਨਿੰਗ ਸੈਂਟਰਾਂ ਦੇ ਵਿੱਚ, ਆਰਮਡ ਫੋਰਸਸ, ਪੈਰਾਮਿਲਟਰੀ ਫੋਰਸਸ ਅਤੇ ਪੁਲਿਸ ਦੀਆਂ ਬੈਰਕਾਂ ਦੇ ਵਿੱਚ, 150 ਸਕੁਅਰ ਮੀਟਰ ਤੋਂ ਵੱਧ ਪਲੈਂਥ ਏਰੀਏ ਵਾਲੇ ਇੰਡੀਵਿਜੂਅਲ ਰੈਜ਼ੀਡੈਂਸ਼ੀਅਲ ਬਿਲਡਿੰਗਸ ਦੇ ਵਿੱਚ, ਰੇਲਵੇ ਸਟੇਸ਼ਨ ਅਤੇ 에ਅਰਪੋਰਟ ਦੀਆਂ ਜਿਹੜੀਆਂ ਫੰਕਸ਼ਨਲ ਬਿਲਡਿੰਗਸ ਨੇ ਜਿਵੇਂ ਕਿ ਵੇਟਿੰਗ ਰੂਮ, ਰਿਟਾਇਰਿੰਗ ਰੂਮ, ਰੈਸਟ ਰੂਮ, ਇਨਸਪੈਕਸ਼ਨ ਬੰਗਲੋਸ ਜਾਂ ਫਿਰ ਕੈਟਰਿੰਗ ਯੂਨਿਟਸ, ਇਹਨਾਂ ਦੇ ਵਿੱਚ ਕਮਿਊਨਿਟੀ ਸੈਂਟਰ, ਬੈਨਕੁਇਟ ਹਾਲ, ਬਰਾਤ ਘਰ, ਮੰਗਲ ਕਾਰਿਆਲਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਬਿਲਡਿੰਗਾਂ ਨੇ ਇਹਨਾਂ ਦੇ ਵਿੱਚ ਸਾਨੂੰ ਸੋਲਰ ਅਸਿਸਟਡ ਵਾਟਰ ਹੀਟਿੰਗ ਸਿਸਟਮ ਜ਼ਰੂਰ ਇੰਸਟਾਲ ਕਰਨਾ ਚਾਹੀਦਾ। ਅੱਗੇ ਨੇ ਇਹਦੇ ਦੂਜੇ ਪੁਆਇੰਟ ਦੇ ਵਿੱਚ ਡੈਫੀਨੇਸ਼ਨ ਕੁਝ ਦੱਸੀਆਂ ਹੋਈਆਂ ਨੇ ਵੀ ਸੋਲਰ ਅਸਿਸਟਡ ਵਾਟਰ ਹੀਟਿੰਗ ਸਿਸਟਮ ਕੀ ਹੁੰਦਾ, ਆਕਸਿਲਰੀ ਬੈਕਅਪ ਕੀ ਹੁੰਦਾ, ਨਿਊ ਬਿਲਡਿੰਗ ਕੀ ਹੁੰਦੀ ਹੈ ਤੇ ਐਗਜ਼ਿਸਟਿੰਗ ਬਿਲਡਿੰਗ ਕੀ ਹੁੰਦੀ ਹੈ, ਕਿਉਂਕਿ ਉਹਦੇ ਬਾਰੇ ਇਹਨਾਂ ਨੇ ਅੱਗੇ ਗੱਲ ਕੀਤੀ ਹੋਈ ਆ। ਸੋਲਰ ਅਸਿਸਟਡ ਵਾਟਰ ਹੀਟਿੰਗ ਦਾ ਮਤਲਬ ਉਹੀ ਆ ਵੀ ਸੋਲਰ એનર્ਜੀ ਨੂੰ ਯੂਜ਼ ਕਰਕੇ ਜਿਹੜਾ ਆਪਾਂ ਪਾਣੀ ਗਰਮ ਕਰਦੇ ਆ। ਆਕਸਿਲਰੀ ਬੈਕਅਪ ਦਾ ਮਤਲਬ ਇਹ ਆ ਵੀ ਜਿਵੇਂ ਹੁਣ ਜਿੰਨਾ ਕੁ ਪਾਣੀ ਤਾਂ ਸੋਲਰ એનર્ਜੀ ਨਾਲ ਗਰਮ ਹੋ ਗਿਆ ਉਸ ਤੋਂ ਵੱਧ ਜੇ ਸਾਨੂੰ ਪਾਣੀ ਦੀ ਗਰਮ ਕਰਨ ਦੀ ਲੋੜ ਆ ਤਾਂ ਅਸੀਂ ਆਕਸਿਲਰੀ ਬੈਕਅਪ ਦੇ ਨਾਲ ਉਹਨੂੰ ਕਰ ਸਕਦੇ ਹਾਂ। ਨਿਊ ਬਿਲਡਿੰਗ ਜਿਹੜੀਆਂ ਬਿਲਡਿੰਗਾਂ ਨਵੀਆਂ ਸਾਰੀ ਹੋਣੀਆਂ ਨੇ, ਐਗਜ਼ਿਸਟਿੰਗ ਦੇ ਵਿੱਚ ਉਹ ਜਿਹੜੀਆਂ ਬਿਲਡਿੰਗਾਂ ਪੁਰਾਣੀਆਂ ਬਣੀਆਂ ਹੋਈਆਂ ਨੇ ਤੇ ਉਹਨਾਂ ਕੋਲ ਆਪਣਾ ਕੰਮ ਕਰਨ ਦਾ ਲਾਇਸੈਂਸ ਆ। ਅੱਗੇ ਤੀਜੇ ਪੁਆਇੰਟ ਦੇ ਵਿੱਚ ਇਹਨਾਂ ਨੇ ਇੰਸਟਾਲੇਸ਼ਨ ਆਫ ਸੋਲਰ ਵਾਟਰ ਹੀਟਿੰਗ ਸਿਸਟਮ ਬਾਰੇ ਲਿਖਿਆ ਹੋਇਆ ਆ। ਇਹ ਕਹਿੰਦੇ ਉੱਪਰ ਜਿਹੜੀਆਂ ਕੈਟਾਗਰੀਆਂ ਬਿਲਡਿੰਗ ਦੀਆਂ ਆਪਾਂ ਡਿਸਕਸ ਕਰ ਚੁੱਕੇ ਹਾਂ, ਉਹਨਾਂ ਬਿਲਡਿੰਗਾਂ ਦੇ ਵਿੱਚ ਕੰਮ ਕਰਨ ਦੇ ਲਈ ਲਾਇਸੈਂਸ ਲੈਣ ਤੋਂ ਪਹਿਲਾਂ ਸੋਲਰ ਵਾਟਰ ਹੀਟਿੰਗ ਸਿਸਟਮ ਆ ਉਹਦੀ ਇੰਸਟਾਲੇਸ਼ਨ ਦਾ ਕੰਮ ਪੂਰਾ ਹੋ ਚੁੱਕਿਆ ਹੋਣਾ ਚਾਹੀਦਾ। ਇਹ ਕਹਿੰਦੇ ਵੀ ਸਾਰੀ ਬਿਲਡਿੰਗ ਦੇ ਵਿੱਚ ਇਨਸੂਲੇਟਡ ਪਾਈਪਸ ਲੱਗੇ ਹੋਣੇ ਚਾਹੀਦੇ ਨੇ ਜਿਹੜੇ ਕਿ ਹੌਟ ਵਾਟਰ ਨੂੰ ਬਿਲਡਿੰਗ ਦੇ ਵੱਖਰੇ ਹਿੱਸਿਆਂ ਤੱਕ ਪਹੁੰਚਾ ਸਕਣ। ਜਿਹੜੀ ਛੱਤ ਦਾ ਕੁਝ ਹਿੱਸਾ ਖੁੱਲਾ ਵੀ ਹੋਣਾ ਚਾਹੀਦਾ ਤਾਂ ਕਿ ਉੱਥੇ ਡਾਇਰੈਕਟ ਸਨਲਾਈਟ ਪੈ ਸਕੇ ਤੇ ਜਿਹੜੀ ਛੱਤ ਆ ਉਹ 50 ਕਿਲੋ ਪਰ ਸਕੁਅਰ ਮੀਟਰ ਦੇ ਹਿਸਾਬ ਨਾਲ ਵਜਨ ਚੱਕ ਸਕਦੀ ਹੋਵੇ। ਜਿਹੜਾ ਵਾਟਰ ਹੀਟਿੰਗ ਸਿਸਟਮ ਆ ਉਹਨੂੰ ਪਾਣੀ ਦੀ ਕੰਟੀਨਿਊਸ ਸਪਲਾਈ ਹੋਣੀ ਚਾਹੀਦੀ ਆ। ਬੀ ਦੇ ਵਿੱਚ ਇਹਨਾਂ ਨੇ ਐਗਜ਼ਿਸਟਿੰਗ ਬਿਲਡਿੰਗਸ ਦੀ ਗੱਲ ਕੀਤੀ ਆ। ਜੇ ਅਸੀਂ ਕਿਸੇ ਐਗਜ਼ਿਸਟਿੰਗ ਬਿਲਡਿੰਗ ਨੂੰ ਚੇਂਜ ਆਫ ਯੂਜ਼ ਕਰਕੇ ਜਿਹੜੀਆਂ ਉੱਪਰ ਦਿੱਤੀਆਂ ਹੋਈਆਂ ਕੈਟਾਗਰੀਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਤਬਦੀਲ ਕਰਨਾ ਤਾਂ ਸਾਨੂੰ ਉੱਥੇ ਵੀ ਸੋਲਰ ਅਸਿਸਟਡ ਵਾਟਰ ਹੀਟਿੰਗ ਸਿਸਟਮ ਨੂੰ ਇੰਸਟਾਲ ਕਰਨਾ ਪਊਗਾ। ਚੌਥੇ ਪੁਆਇੰਟ ਦੇ ਵਿੱਚ ਇਹਨਾਂ ਨੇ ਕੈਪੈਸਿਟੀ ਦੀ ਗੱਲ ਕੀਤੀ ਆ। ਇਹ ਕਹਿੰਦੇ ਵੀ ਵੱਖਰੀਆਂ ਕੈਟਾਗਰੀਆਂ ਦੀਆਂ ਬਿਲਡਿੰਗਸ ਦੇ ਵਾਸਤੇ ਜਿਹੜੀ ਕੈਪੈਸਿਟੀ ਆ ਲੋਕਲ ਬਾਡੀਜ਼ ਡਿਸਾਈਡ ਕਰਨਗੀਆਂ, ਪਰ ਅਸੀਂ ਇਹ ਰਿਕਮੈਂਡ ਕਰਦੇ ਹਾਂ ਕਿ 25 ਲੀਟਰ ਪਰ ਡੇ ਫॉर ਈਚ ਬਾਥਰੂਮ ਐਂਡ ਕਿਚਨ ਦੇ ਹਿਸਾਬ ਨਾਲ ਜਿਹੜੀ ਉਹਦੀ ਕੈਪੈਸਿਟੀ ਆ ਰੱਖਣੀ ਚਾਹੀਦੀ ਆ। ਪਰ ਛੱਤ ਦਾ ਵੱਧ ਤੋਂ ਵੱਧ 50% ਹਿੱਸਾ ਹੀ ਸਾਨੂੰ ਸੋਲਰ ਵਾਟਰ ਹੀਟਿੰਗ ਸਿਸਟਮ ਦੇ ਨਾਲ ਕਵਰ ਕਰਨਾ ਚਾਹੀਦਾ। ਇਹ ਨਾ ਹੋਵੇ ਵੀ ਅਗਲੇ ਦਾ ਛੋਟਾ ਜਿਹਾ ਘਰ ਆ
ਸਾਰੇ ਘਰ ਦੇ ਉੱਤੇ ਹੀ ਅਸੀਂ ਸੋਲਰ ਵਾਟਰ ਹੀਟਿੰਗ ਸਿਸਟਮ ਲਾ ਦਈਏ ਤੇ ਮੁੜ ਕੇ ਉਹਨਾਂ ਦੀ ਛੱਤ ਤੇ ਕਿਤੇ ਧੁੱਪ ਹੀ ਨਾ ਲੱਗੇ। 5ਵੇਂ ਪੁਆਇੰਟ ਦੇ ਵਿੱਚ ਇਹਨਾਂ ਨੇ ਸਪੈਸੀਫਿਕੇਸ਼ਨਸ ਦੀ ਗੱਲ ਕੀਤੀ ਆ। ਇਹ ਕਹਿੰਦੇ ਵੀ ਜਿਹੜੇ ਸੋਲਰ ਅਸਿਸਟਡ ਵਾਟਰ ਹੀਟਿੰਗ ਸਿਸਟਮ ਨੇ ਉਹਨਾਂ ਦੀਆਂ ਜਿਹੜੀਆਂ ਸਪੈਸੀਫਿਕੇਸ਼ਨਾਂ ਨੇ ਉਹ BIS ਕੋਡ ਦੇ ਅਕੋਰਡਿੰਗ ਹੋਣੀਆਂ ਚਾਹੀਦੀਆਂ ਨੇ। ਅੱਗੇ ਇਹਨਾਂ ਨੇ ਐਗਜ਼ਿਲਰੀ ਸਿਸਟਮਸ ਦੀ ਗੱਲ ਕੀਤੀ ਆ। ਇਹ ਕਹਿੰਦੇ ਵੀ ਜਿੱਥੇ ਹੌਟ ਵਾਟਰ ਦੀ ਰਿਕੁਆਇਰਮੈਂਟ ਕੰਟੀਨਿਊਸ ਆ ਉੱਥੇ ਐਗਜ਼ਿਲਰੀ ਹੀਟਿੰਗ ਅਰੇਂਜਮੈਂਟਸ ਵੀ ਸਾਨੂੰ ਕਰ ਦੇਣੀਆਂ ਚਾਹੀਦੀਆਂ ਨੇ, ਚਾਹੇ ਉਹ ਬਿਜਲੀ ਦੇ ਨਾਲ ਹੋਣ ਚਾਹੇ ਫਿਰ ਉਹ ਆਇਲ ਦੇ ਨਾਲ ਹੋਣ। 11.2.5 ਦੇ ਵਿੱਚ ਇਹਨਾਂ ਨੇ ਸਸਟੇਨੇਬਲ ਵੇਸਟ ਮੈਨੇਜਮੈਂਟ ਦੀ ਗੱਲ ਕੀਤੀ ਆ। ਇਹਦੇ ਪਹਿਲੇ ਪੁਆਇੰਟ 'ਚ ਇਹਨਾਂ ਨੇ ਦੱਸਿਆ ਕਿ ਸੋਲਿਡ ਵੇਸਟ ਰੂਲਸ 2016, ਪਲਾਸਟਿਕ ਵੇਸਟ ਰੂਲਸ 2016, ਕੰਸਟਰਕਸ਼ਨ ਐਂਡ ਡਿਮੋਲੇਸ਼ਨ ਵੇਸਟ ਮੈਨੇਜਮੈਂਟ ਰੂਲਸ 2016, ਵੇਸਟ ਰੂਲਸ 2016 ਸਾਰੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੀਆਂ ਸਾਈਟਸ ਦੇ ਉੱਤੇ ਐਪਲੀਕੇਬਲ ਨੇ। ਦੂਜੇ ਪੁਆਇੰਟ ਜਿਹਨਾਂ ਨੇ ਲਿਖਿਆ ਵੀ ਜਿਹੜੀ ਗਰੁੱਪ ਹਾਊਸਿੰਗ ਆ ਉਹਦੇ ਜਿਹੜੇ ਓਨਰ ਨੇ ਉਹਨਾਂ ਨੂੰ ਸੋਲਿਡ ਵੇਸਟ ਹੈਂਡਲਿੰਗ ਵਾਸਤੇ ਸਾਈਟ ਦੇ ਅੰਦਰ ਹੀ ਇੱਕ ਵੱਖਰਾ ਏਰੀਆ ਦੇਣਾ ਚਾਹੀਦਾ ਜਿਹਦਾ ਘੱਟੋ ਘੱਟ ਏਰੀਆ 10 ਸਕੁਅਰ ਮੀਟਰ ਹੋਵੇ ਤੇ ਉੱਥੇ ਇਹਨਾਂ ਨੂੰ ਆਰਗੈਨਿਕ, ਇਨਆਰਗੈਨਿਕ ਅਤੇ ਪਲਾਸਟਿਕ ਵੇਸਟ ਨੂੰ ਸੈਗਰੀਗੇਟ ਕਰਨਾ ਚਾਹੀਦਾ। ਇਹ ਸਾਰਾ ਕੁਝ ਸੋਲਿਡ ਵੇਸਟ ਰੂਲਸ 2016 ਦੇ ਤਹਿਤ ਕਰਨਾ ਚਾਹੀਦਾ। 11.2.6 ਦੇ ਵਿੱਚ ਸਸਟੇਨੇਬਿਲਿਟੀ ਆਫ ਬਿਲਡਿੰਗ ਮਟੀਰੀਅਲਸ ਲਈ ਇਹਨਾਂ ਨੇ ਗੱਲ ਕੀਤੀ ਆ। ਇਸ ਸੈਕਸ਼ਨ ਦੇ ਵਿੱਚ ਇਹਨਾਂ ਨੇ ਕਿਹਾ ਹੋਇਆ ਵੀ ਜਿਹੜੇ ਨੈਚੁਰਲ ਰਿਸੋਰਸਸ ਨੂੰ ਅਸੀਂ ਬਿਲਡਿੰਗ ਮਟੀਰੀਅਲ ਦੇ ਤੌਰ ਦੇ ਉੱਤੇ ਵਰਤਦੇ ਹਾਂ ਉਹਨਾਂ ਦੀ ਸਸਟੇਨੇਬਿਲਿਟੀ ਨੂੰ ਕਾਇਮ ਰੱਖਣ ਦੇ ਲਈ ਤਾਂ ਕਿ ਉਹ ਫਿਊਚਰ ਦੇ ਵਿੱਚ ਸਾਨੂੰ ਅਵੇਲੇਬਲ ਰਹਿਣ, ਸਾਨੂੰ ਸਪਲੀਮੈਂਟਰੀ ਮਟੀਰੀਅਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਪਲੀਮੈਂਟਰੀ ਮਟੀਰੀਅਲ ਕਿਹੜੇ ਹੁੰਦੇ ਨੇ? ਇੰਡਸਟਰੀਅਲ ਅਤੇ ਐਗਰੀਕਲਚਰਲ ਬਾਇਓ ਪ੍ਰੋਡਕਟ ਤੋਂ ਬਣੇ ਹੋਏ ਮਟੀਰੀਅਲ, ਰੀਨਿਊਏਬਲ ਰਿਸੋਰਸਸ, ਫੈਕਟਰੀ ਮੇਡ ਬਿਲਡਿੰਗ ਕੰਪੋਨੈਂਟਸ ਅਤੇ ਰਿਸਾਈਕਲਡ ਕੰਸਟਰਕਸ਼ਨ ਐਂਡ ਡਿਮੋਲੇਸ਼ਨ ਜਿਹੜੀ ਵੇਸਟ ਆ, ਇਹ ਸਾਰਾ ਕੁਝ ਸਪਲੀਮੈਂਟਰੀ ਬਿਲਡਿੰਗ ਮਟੀਰੀਅਲ ਦੇ ਵਿੱਚ ਆ ਜਾਂਦਾ। ਸਪਲੀਮੈਂਟਰੀ ਬਿਲਡਿੰਗ ਮਟੀਰੀਅਲ ਨੂੰ ਕਨਵੈਨਸ਼ਨਲ ਬਿਲਡਿੰਗ ਮਟੀਰੀਅਲਸ ਦੇ ਨਾਲ ਯੂਜ਼ ਕਰਦੇ ਹਾਂ ਜੇ ਅਸੀਂ ਤਾਂ ਸਾਨੂੰ ਹੈਲਥ ਬੈਨੀਫਿਟਸ ਵੀ ਮਿਲਦੇ ਨੇ ਤੇ এনवायरमेंटल ਬੈਨੀਫਿਟਸ ਵੀ ਮਿਲਦੇ ਨੇ। ਫੈਕਟਰੀ ਮੇਡ, ਪ੍ਰੀ ਫੈਬਰੀਕੇਟਡ ਤੇ ਪ੍ਰੀ ਕਾਸਟਡ ਰਿਸਾਈਕਲਡ ਕੰਪੋਨੈਂਟਸ ਦੇ ਨਾਲ ਸਾਨੂੰ ਗ੍ਰੀਨ ਬੈਨੀਫਿਟਸ ਮਿਲਦੇ ਨੇ। ਅੱਗੇ ਇਹਨਾਂ ਨੇ 4 ਪੁਆਇੰਟ ਬਣਾਏ ਹੋਏ ਨੇ। ਇਹ ਪੁਆਇੰਟ ਦੇ ਵਿੱਚ ਇਹਨਾਂ ਨੇ ਕਿਹਾ ਪੈਨਲਸ, ਹੋਲੋ ਫਲੈਬਸ ਤੇ ਹੋਲੋ ਬਲੌਕਸ ਵਗੈਰਾ ਨੇ ਜਿਹੜੇ ਇਹ ਕਨਜ਼ਰਵੇਸ਼ਨ ਆਫ ਮਟੀਰੀਅਲਸ ਕਰਦੇ ਨੇ ਤੇ ਲੈਸ ਵਾਟਰ ਰਿਕੁਆਇਰਮੈਂਟ ਹੈ ਇਹਨਾਂ ਦੀ। ਬੀ ਦੇ ਵਿੱਚ ਇਹਨਾਂ ਨੇ ਕਿਹਾ ਵੀ ਫਲਾਈ ਐਸ਼ ਬ੍ਰਿਕਸ, ਪੋਰਟਲੈਂਡ ਪੋਵੋਲਾਨਾ ਸੀਮੈਂਟ, ਫਲਾਈ ਐਸ਼ ਕੰਕਰੀਟ, ਫੋਸਫੋਜਿਪਸਮ ਬੇਸਡ ਵਾਲਿੰਗ ਐਂਡ ਰੂਫਿੰਗ ਪੈਨਲਸ, ਪਾਰਟੀਕਲ ਵੁੱਡ, ਇਹ ਸਾਰਾ ਕੁਝ ਇੰਡਸਟਰੀਅਲ ਤੇ ਐਗਰੀਕਲਚਰਲ ਜਿਹੜੇ ਬਾਇਓ ਪ੍ਰੋਡਕਟ ਨੇ ਉਹਨਾਂ ਨੂੰ ਰਿਸਾਈਕਲ ਕਰਕੇ ਤਿਆਰ ਕੀਤਾ ਜਾਂਦਾ। ਸੀ ਦੇ ਵਿੱਚ ਇਹਨਾਂ ਨੇ ਦੱਸਿਆ ਫਲਾਈ ਐਸ਼, AAC ਪੈਨਲਸ, CLC ਪੈਨਲਸ, ਇਹ ਜਿਹੜੀਆਂ ਚੀਜ਼ਾਂ ਨੇ ਇਹ ਥਰਮਲ ਕੰਫਰਟ ਨੂੰ ਇਨਸ਼ੋਰ ਕਰਦੀਆਂ ਨੇ। ਡੀ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਬੰਬੂ ਅਤੇ ਛੇਤੀ ਉੱਗਣ ਵਾਲੇ ਜਿਹੜੇ ਪਲਾਂਟ ਨੇ, ਜਿਹੜੀ ਉਹਨਾਂ ਦੀ ਲੱਕੜ ਆ ਉਹ ਸਾਨੂੰ এনवायरमेंटल ਬੈਨੀਫਿਟਸ ਦਿੰਦੇ ਨੇ। ਜੇ ਅਸੀਂ ਲੋਕਲ ਮਟੀਰੀਅਲ ਯੂਜ਼ ਕਰਦੇ ਆ ਤਾਂ ਸਾਨੂੰ ਟਰਾਂਸਪੋਰਟੇਸ਼ਨ ਘੱਟ ਪੈਂਦੀ ਆ ਤੇ ਇਹ ਜੀਓ ਕਲਾਈਮੇਟਿਕ ਕੰਡੀਸ਼ਨਸ ਦੇ ਲਈ ਵੀ ਸੂਟੇਬਲ ਹੁੰਦੇ ਨੇ। ਕੁਝ ਮੈਂਡੇਟਰੀ ਪ੍ਰੋਵੀਜ਼ਨਸ ਬਣਾ ਕੇ ਤੇ ਇਨਸੈਂਟਿਵਸ ਦੇ ਕੇ ਸਾਨੂੰ ਜਿਹੜੇ ਸਸਟੇਨੇਬਲ ਬਿਲਡਿੰਗ ਮਟੀਰੀਅਲਸ ਨੇ ਉਹਨਾਂ ਦੀ ਜਿਹੜੀ ਯੂਜ਼ ਆ ਉਹਨੂੰ ਐਨਕਰੇਜ ਕਰਨਾ ਚਾਹੀਦਾ। 11.3 ਦੇ ਵਿੱਚ ਇਹਨਾਂ ਨੇ ਵੇਰੀਅਸ ਗਾਈਡਲਾਈਨਸ ਫॉर ਗ੍ਰੀਨ ਰੇਟਿੰਗ ਸਿਸਟਮਸ ਬਾਰੇ ਗੱਲ ਕੀਤੀ ਆ। ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀ ਹਰੇਕ ਸਟੇਟ ਗਵਰਨਮੈਂਟ ਆ ਉਹਨੂੰ ਥੱਲੇ ਦਿੱਤੇ 5 ਪੁਆਇੰਟਾਂ ਦੇ ਵਿੱਚ ਲਿਖੀਆਂ ਗਈਆਂ ਏਜੰਸੀਆਂ ਦੇ ਨਾਲ ਕੰਬਾਈਨ ਕਰਕੇ ਇੱਕ ਗ੍ਰੀਨ ਰੇਟਿੰਗ ਸਿਸਟਮ ਤਿਆਰ ਕਰਨਾ ਚਾਹੀਦਾ। 11.4 ਦੇ ਵਿੱਚ ਇਹਨਾਂ ਨੇ ਇਨਸੈਂਟਿਵਸ ਫॉर ਗ੍ਰੀਨ ਬਿਲਡਿੰਗਸ ਬਾਰੇ ਗੱਲ ਕੀਤੀ ਆ। ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਗ੍ਰੀਨ ਬਿਲਡਿੰਗਸ ਦੀ ਪ੍ਰਮੋਸ਼ਨ ਕਰਨੀ ਚਾਹੀਦੀ ਆ ਤੇ ਅੱਗੇ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਦਾ ਨੰਬਰ ਪਾ ਕੇ ਦੱਸਿਆ ਹੋਇਆ ਵੀ ਇਹਦੇ ਵਿੱਚ ਗਵਰਨਮੈਂਟ ਨੇ ਜੋ ਕਿਹਾ ਹੋਇਆ ਉਹ ਸਾਰਾ ਕੁਝ ਸਾਨੂੰ ਮੰਨਣਾ ਚਾਹੀਦਾ। ਦੋਸਤੋ, ਇਸ ਦੇ ਨਾਲ ਸਾਡਾ ਜਿਹੜਾ 11ਵਾਂ ਚੈਪਟਰ ਆ ਉਹ ਸਮਾਪਤ ਹੁੰਦਾ ਹੈ। ਲਓ ਵੀ ਦੋਸਤੋ, ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਫਿਰ ਕਰ ਦਿਓ ਇਹਨੂੰ ਲਾਈਕ, ਨਾਲੇ ਸ਼ੇਅਰ ਕਰ ਲਓ ਆਪਣੇ ਦੋਸਤਾਂ ਮਿੱਤਰਾਂ ਨਾਲ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਇਮਾਰਤਾਂ ਦੇ ਨਾਲ ਸੰਬੰਧਿਤ ਕੋਈ ਤਕਨੀਕੀ ਗੱਲਾਂ ਕਰ ਸਕੀਏ ਪੰਜਾਬੀ ਦੇ ਵਿੱਚ। ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜੈ ਹਿੰਦ।